ਹੈਲੋ एवरीवन। ਆ ਜਿਹੜਾ ਬਿਜ਼ਨਸ ਸਟੱਡੀ ਦਾ ਟੌਪਿਕ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਕਲਾਸ +2 ਪੰਜਾਬ ਸਕੂਲ ਐਜੂਕੇਸ਼ਨ ਬੋਰਡ ਪਹਿਲੇ ਚੈਪਟਰ ਦਾ ਨੇਚਰ ਐਂਡ ਸਿਗਨੀਫੀਕੈਂਸ ਆਫ ਮੈਨੇਜਮੈਂਟ ਦਾ ਜਿਹੜਾ ਨੈਕਸਟ ਟੌਪਿਕ ਹੈ ਜੀ ਆਪਣਾ ਮੈਨੇਜਮੈਂਟ ਐਜ਼ ਅ ਪ੍ਰੋਫੈਸ਼ਨ। ਇਸ ਤੋਂ ਪਹਿਲਾਂ ਅਸੀਂ ਪੜ੍ਹਿਆ ਕਿ ਮੈਨੇਜਮੈਂਟ ਇੱਕ ਸਾਇੰਸ ਹੈ ਕਿ ਨਹੀਂ ਹੈ, ਮੈਨੇਜਮੈਂਟ ਇੱਕ ਆਰਟ ਹੈ ਕਿ ਨਹੀਂ ਹੈ, ਅਤੇ ਤੀਸਰਾ ਆਪਣਾ ਟੌਪਿਕ ਇਹਦੇ ਵਿੱਚ ਬਣਦਾ ਜੀ ਇੰਪੋਰਟੈਂਟ ਮੈਨੇਜਮੈਂਟ ਇੱਕ ਪ੍ਰੋਫੈਸ਼ਨ ਹੈ ਜਾਂ ਨਹੀਂ ਹੈ। ਹੁਣ ਜੇਕਰ ਅਸੀਂ ਪ੍ਰੋਫੈਸ਼ਨ ਤੋਂ ਹੀ ਸਟਾਰਟ ਕਰੀਏ, ਪ੍ਰੋਫੈਸ਼ਨ ਕੀ ਹੈ ਜੀ? ਪ੍ਰੋਫੈਸ਼ਨ ਦਾ ਮਤਲਬ ਹੈ ਉਹ ਇਹੋ ਜਿਹੀ ਆਕੂਪੇਸ਼ਨ ਜਾਂ ਪ੍ਰੋਫੈਸ਼ਨ ਜਿਹੜਾ ਕਿ ਸਪੈਸ਼ਲਾਈਜ਼ਡ ਨੌਲੇਜ ਦੇ ਉੱਪਰ ਬੇਸਡ ਹੋਵੇ। ਸਪੈਸ਼ਲਾਈਜ਼ਡ ਨੌਲੇਜ ਦਾ ਮਤਲਬ ਹੈ ਜਿਹਦੇ ਵਾਸਤੇ ਤੁਹਾਨੂੰ ਸਪੈਸ਼ਲ ਨੌਲੇਜ ਲੈਣੀ ਪਵੇ, ਸਪੈਸ਼ਲ ਟ੍ਰੇਨਿੰਗ ਲੈਣੀ ਪਵੇ, ਜਿਹਦੇ ਬਾਅਦ ਤੁਸੀਂ ਇੱਕ ਪ੍ਰੋਫੈਸ਼ਨ ਜਿਹੜਾ ਉਹ ਕਹਾ ਸਕਦੇ ਹੋ। ਜਿਵੇਂ ਜੇਕਰ ਮੈਂ ਟੀਚਿੰਗ ਪ੍ਰੋਫੈਸ਼ਨ ਦੀ ਗੱਲ ਕਰਾਂ, ਕਿਉਂਕਿ ਅਸੀਂ ਟੀਚਿੰਗ ਪ੍ਰੋਫੈਸ਼ਨ ਦੇ ਨਾਲ ਜੁੜੇ ਹੋਏ ਹਾਂ, ਟੀਚਿੰਗ ਪ੍ਰੋਫੈਸ਼ਨ ਦੇ ਵਿੱਚ ਵੀ ਤੁਸੀਂ ਸਪੈਸ਼ਲਾਈਜ਼ਡ ਨੌਲੇਜ ਕਿਹਦੇ ਥਰੂ ਲੈਂਦੇ ਹੋ? ਸਪੈਸ਼ਲਾਈਜ਼ਡ ਨੌਲੇਜ ਇੱਕ ਤਾਂ ਤੁਸੀਂ ਆਪਣੇ ਸਬਜੈਕਟ ਦੀ ਮਾਸਟਰ ਸਟੱਡੀ ਕਰਦੇ ਹੋ, ਫਿਰ ਉਸ ਤੋਂ ਬਾਅਦ ਤੁਹਾਨੂੰ ਬੀਐਡ ਜਾਂ ਫਿਰ ਐਨਟੀਟੀ ਜਾਂ ਈਟੀਟੀ ਵਗੈਰਾ ਜਿਹੜੀ ਕਰਨੀ ਪੈਂਦੀ ਆ, ਉਹ ਇੱਕ ਤਰ੍ਹਾਂ ਦੀ ਟ੍ਰੇਨਿੰਗ ਹੈ ਤੁਹਾਡੇ ਲਈ ਕਿ ਤੁਸੀਂ ਕਿਵੇਂ ਆਪਣੀ ਨੌਲੇਜ ਨੂੰ, ਕਿਵੇਂ ਆਪਣੇ ਸਬਜੈਕਟਸ ਨੂੰ ਕਿਵੇਂ ਤੁਸੀਂ ਅਪਲਾਈ ਕਰਨਾ ਹੈ। ਸੋ ਹਰ ਇੱਕ ਪ੍ਰੋਫੈਸ਼ਨ ਵਾਸਤੇ ਜਿਹੜਾ ਹੈ ਉਹ ਸਪੈਸ਼ਲਾਈਜ਼ਡ ਨੌਲੇਜ ਦੀ ਜ਼ਰੂਰਤ ਹੈ, ਸਪੈਸ਼ਲਾਈਜ਼ਡ ਟ੍ਰੇਨਿੰਗ ਦੀ ਜ਼ਰੂਰਤ ਆ, ਅਤੇ ਉਸ ਟ੍ਰੇਨਿੰਗ ਤੋਂ ਬਾਅਦ, ਉਸ ਨੌਲੇਜ ਤੋਂ ਬਾਅਦ, ਜਿਵੇਂ ਕਿ ਇੱਥੇ ਐਗਜ਼ਾਮਪਲ ਦੇ ਤੌਰ 'ਤੇ ਲਿਖਿਆ ਗਿਆ ਹੈ ਜੀ, ਕਹਿੰਦੇ ਆ ਫੋਰ ਐਗਜ਼ਾਮਪਲ ਇਟ ਇਜ਼ ਐਨ essential ਟੂ ਗੈਟ ਨੌਲੇਜ ਥਰੂ ਦਾ ਡਿਗਰੀ ਆਫ MBBS। ਜਿਵੇਂ ਇੱਕ ਡਾਕਟਰ ਦੀ ਗੱਲ ਕੀਤੀ ਗਈ ਆ, MBBS ਦੀ ਡਿਗਰੀ ਤੋਂ ਬਾਅਦ ਉਹ ਆਪਣੇ ਡਾਕਟਰ ਦੀਆਂ ਸਰਵਿਸਿਜ਼ ਜਿਹੜੀਆਂ ਉਹ ਪ੍ਰੋਵਾਈਡ ਕਰ ਸਕਦਾ। ਦੈਨ ਟੂ ਗੈਟ ਮੈਂਡੇਟਰੀ ਟ੍ਰੇਨਿੰਗ ਫॉर ਸਮ ਪੀਰੀਅਡ, ਉਸ ਤੋਂ ਬਾਅਦ ਉਹਨੂੰ ਮੈਂਡੇਟਰੀ ਟ੍ਰੇਨਿੰਗ ਕਰਨੀ ਪਵੇਗੀ ਕੁਝ ਸਮੇਂ ਤੱਕ ਕਿਸੇ ਵੀ ਡਾਕਟਰ ਦੇ ਕੋਲੋਂ ਜਿਹੜਾ ਕਿ ਆਲਰੇਡੀ ਕੰਮ ਕਰ ਰਿਹਾ ਹੋਵੇ। along with this the profession of a doctor is regulated। ਇਸ ਤੋਂ ਇਲਾਵਾ ਜਿਹੜਾ ਡਾਕਟਰ ਦਾ ਪ੍ਰੋਫੈਸ਼ਨ ਹੈ, ਇਹ ਕਹਿ ਲਓ ਕਿ ਮੈਡੀਕਲ ਪ੍ਰੋਫੈਸ਼ਨ ਜਿਹੜਾ ਹੈ ਉਹ ਮੈਡੀਕਲ ਕਾਉਂਸਿਲ ਆਫ ਇੰਡੀਆ ਦੁਆਰਾ ਰੈਗੂਲੇਟ ਕੀਤਾ ਜਾਂਦਾ, ਯਾਨੀ ਜਿੰਨੇ ਵੀ ਰੂਲਸ ਰੈਗੂਲੇਸ਼ਨ ਬਣਾਏ ਜਾਂਦੇ ਆ ਉਹ ਇਸ ਸੰਸਥਾ ਦੁਆਰਾ ਬਣਾਏ ਜਾਂਦੇ ਆ। ਹੁਣ ਇਹਦੇ ਫੀਚਰਸ ਦੀ ਗੱਲ ਕਰਦੇ ਹਾਂ ਆਪਾਂ, ਪ੍ਰੋਫੈਸ਼ਨ ਦੇ ਫੀਚਰਸ ਕੀ ਫੀਚਰਸ ਹੋ ਸਕਦੇ ਆ, ਫਿਰ ਉਸ ਤੋਂ ਬਾਅਦ ਅਸੀਂ ਵੇਖਾਂਗੇ ਕਿਹੜੇ ਕਿਹੜੇ ਫੀਚਰਸ ਜਿਹੜੇ ਆ ਉਹ ਆਪਣੇ ਮੈਨੇਜਮੈਂਟ ਦੇ ਵਿੱਚ ਅਪਲਾਈ ਹੁੰਦੇ ਆ। ਸਭ ਤੋਂ ਪਹਿਲਾਂ ਹੈ ਜੀ ਪ੍ਰੋਫੈਸ਼ਨ ਦਾ ਜਿਹੜਾ ਪਹਿਲਾ ਫੀਚਰ ਹੈ ਨੀਡ ਫॉर ਸਪੈਸ਼ਲਾਈਜ਼ਡ ਨੌਲੇਜ, ਵੀ ਸਾਨੂੰ ਸਪੈਸ਼ਲਾਈਜ਼ਡ ਨੌਲੇਜ ਦੀ ਜ਼ਰੂਰਤ ਹੈ। ਦੇਖੋ ਕਿਸੇ ਵੀ ਪ੍ਰੋਫੈਸ਼ਨ ਨੂੰ ਕਰਨ ਵਾਸਤੇ ਸਾਨੂੰ ਬਿਲਕੁਲ ਸਪੈਸ਼ਲਾਈਜ਼ਡ ਨੌਲੇਜ ਦੀ ਜਿਹੜੀ ਜ਼ਰੂਰਤ ਪੈਂਦੀ ਹੈ। ਸੋ ਸਾਨੂੰ ਪੜ੍ਹਾਈ ਵੀ ਜਿਹੜੀ ਉਸ ਤਰੀਕੇ ਦੀ ਕਰਨੀ ਪੈਂਦੀ ਹੈ। ਜੇਕਰ ਅਸੀਂ ਕਿਸੇ ਪ੍ਰੋਫੈਸ਼ਨਲ ਕੋਰਸਿਸ ਦੇ ਵਿੱਚ ਐਡਮਿਸ਼ਨ ਲੈ ਕੇ ਕੋਈ ਪ੍ਰੋਫੈਸ਼ਨ ਦੇ ਵਿੱਚ ਜਿਹੜਾ ਜਾਣਾ ਚਾਹੁੰਦੇ ਹਾਂ, ਸੋ ਉਸੇ ਤਰੀਕੇ ਦਾ ਪ੍ਰੋਫੈਸ਼ਨ ਜਿਹੜਾ ਉਹ ਫੋਲੋ ਕਰਨਾ ਪੈਂਦਾ, ਅਤੇ ਉਸੇ ਤਰੀਕੇ ਦੀ ਸਟੱਡੀ ਜਿਹੜੀ ਉਹ ਫੋਲੋ ਕਰਨੀ ਪੈਂਦੀ ਹੈ। ਸੋ ਇੱਕ ਸਪੈਸ਼ਲਾਈਜ਼ਡ ਨੌਲੇਜ ਨੂੰ ਲੈਣਾ ਜਿਹੜਾ ਹੈ ਜ਼ਰੂਰੀ ਆ। ਦੂਸਰੀ ਚੀਜ਼ ਹੈ ਫਾਰਮਲ ਐਜੂਕੇਸ਼ਨ ਐਂਡ ਟ੍ਰੇਨਿੰਗ। ਇੱਕ ਫਾਰਮਲੀ ਐਜੂਕੇਸ਼ਨ ਅਤੇ ਇੱਕ ਟ੍ਰੇਨਿੰਗ। ਫਾਰਮਲ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਹਰ ਇੱਕ ਬੰਦੇ ਨੂੰ ਉਸ ਪ੍ਰੋਫੈਸ਼ਨ ਦੇ ਵਿੱਚ ਲੈਣਾ ਹੀ ਪਵੇ, ਕਿ ਜਿਸ ਤੋਂ ਬਗੈਰ ਉਹ ਉਸ ਕੰਮ ਨੂੰ ਪ੍ਰੋਫੈਸ਼ਨਲੀ ਨਾ ਕਰ ਸਕੇ। ਸੋ ਇਸ ਕਰਕੇ ਇੱਕ ਤਰ੍ਹਾਂ ਦੀ ਪ੍ਰੋਫੈਸ਼ਨਲ ਐਜੂਕੇਸ਼ਨ, ਪ੍ਰੋਫੈਸ਼ਨਲ ਟ੍ਰੇਨਿੰਗ ਜਿਹੜੀ ਆ ਉਹ ਡਿਸਾਈਡ ਕੀਤੀ ਜਾਂਦੀ ਹੈ ਵੀ ਇਹਦੇ ਵਾਸਤੇ ਕੀ ਫਾਰਮਲ ਐਜੂਕੇਸ਼ਨ ਹੋਏਗੀ, ਕੀ ਫਾਰਮਲ ਟ੍ਰੇਨਿੰਗ ਹੋਏਗੀ ਜਿਹੜੀ ਉਹਨੂੰ ਕਰਨੀ ਹੀ ਪਵੇ। ਤੀਸਰੀ ਆ ਜਾਂਦੀ ਹੈ ਜੀ ਪ੍ਰੋਫੈਸ਼ਨ ਦਾ ਜਿਹੜਾ ਫੀਚਰ ਹੈ ਐਗਜ਼ਿਸਟੈਂਸ ਆਫ ਅ ਪ੍ਰੋਫੈਸ਼ਨਲ ਐਸੋਸੀਏਸ਼ਨ। ਹੁਣ ਇਹਦੇ ਵਿੱਚ ਜਿਵੇਂ ਤੁਸੀਂ ਪ੍ਰੋਫੈਸ਼ਨਲ ਐਸੋਸੀਏਸ਼ਨ ਦੀ ਗੱਲ ਕੀਤੀ, ਇਹ ਉਹ ਐਸੋਸੀਏਸ਼ਨਸ ਨੇ ਜਿਹੜੀਆਂ ਕਿ ਕਿਸੇ ਵੀ ਪ੍ਰੋਫੈਸ਼ਨ ਨੂੰ ਕੰਟਰੋਲ ਕਰਦੀਆਂ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਅਸੀਂ ਇੱਥੇ ਪੜ੍ਹਿਆ ਕਿ ਮੈਡੀਕਲ ਕਾਉਂਸਿਲ ਆਫ ਇੰਡੀਆ ਜਿਹੜਾ ਹੈ ਉਹ ਮੈਡੀਕਲ ਪ੍ਰੋਫੈਸ਼ਨ ਨੂੰ ਜਿਹੜਾ ਹੈ ਰੈਗੂਲੇਟ ਕਰਦਾ ਹੈ। ਹਰ ਇੱਕ ਰੂਲ ਰੈਗੂਲੇਸ਼ਨ ਇਹਨਾਂ ਦੇ ਅਕੋਰਡਿੰਗ ਬਣਾਇਆ ਜਾਂਦਾ। ਸੋ ਇਸੇ ਤਰੀਕੇ ਦੇ ਨਾਲ ਜਿਹੜਾ ਚੌਥਾ ਫੀਚਰ ਆ ਜਾਂਦਾ ਜੀ ਸਪੈਸ਼ਲ ਕੋਡ ਆਫ ਕੰਡਕਟ। ਜਿਵੇਂ ਆਪਾਂ ਪ੍ਰੋਫੈਸ਼ਨ ਦੀ ਗੱਲ ਕਰਦੇ ਹਾਂ, ਪ੍ਰੋਫੈਸ਼ਨ ਦੇ ਵਿੱਚ ਕਿਸੇ ਵੀ ਕੰਮ ਨੂੰ ਕਰਨ ਵਾਸਤੇ ਤੁਹਾਡੇ ਕੋਲ ਬਹੁਤ ਸਾਰੇ ਕੋਡ ਆਫ ਕੰਡਕਟ ਨੇ। ਕਿਸੇ ਕੰਮ ਨੂੰ ਕਿਵੇਂ ਕਰਨਾ ਹੈ ਅਤੇ ਡੂਜ਼ ਐਂਡ ਡੋਂਟਸ, ਇਹਦੇ ਵਿੱਚ ਤੁਹਾਨੂੰ ਉਹ ਬੇਸਿਕਲੀ ਡੂਜ਼ ਐਂਡ ਡੋਂਟਸ ਐਕਸਪਲੇਨ ਕੀਤੇ ਹੋਣਗੇ ਕਿ ਤੁਸੀਂ ਇਸ ਪ੍ਰੋਫੈਸ਼ਨ ਦੇ ਵਿੱਚ ਕੀ ਕਰ ਸਕਦੇ ਹੋ ਅਤੇ ਤੁਸੀਂ ਇਸ ਪ੍ਰੋਫੈਸ਼ਨ ਦੇ ਵਿੱਚ ਕੀ ਨਹੀਂ ਕਰਨਾ। ਸੋ ਇਹ ਸਾਰੇ ਦੇ ਸਾਰੇ ਕੋਡ ਆਫ ਕੰਡਕਟ ਦੇ ਵਿੱਚ ਆਏਗਾ। ਨੈਕਸਟ ਆ ਜਾਂਦਾ ਜੀ ਸਰਵਿਸ ਮੋਟਿਵ। ਸਰਵਿਸ ਮੋਟਿਵ ਦਾ ਮਤਲਬ ਹੈ ਕਿ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਮੇਨ ਟਾਰਗੇਟ ਇਹੀ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਵੇਂ ਆਪਣੀ ਸੁਸਾਇਟੀ ਨੂੰ ਸਰਵਿਸ ਦੇਣੀ ਹੈ। ਸੋ ਉਸ ਸਰਵਿਸ ਦਾ ਮੋਟਿਵ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਰੱਖਿਆ ਜਾਂਦਾ। ਸੋ ਹੁਣ ਗੱਲ ਕਰੀਏ ਮੈਨੇਜਮੈਂਟ ਦੀ। ਮੈਨੇਜਮੈਂਟ ਇੱਕ ਪ੍ਰੋਫੈਸ਼ਨ ਹੈ ਕਿ ਨਹੀਂ ਹੈ, ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਜੇਕਰ ਮੈਨੇਜਮੈਂਟ ਨੂੰ ਇੱਕ ਪ੍ਰੋਫੈਸ਼ਨ ਦੇ ਤੌਰ 'ਤੇ ਆਪਾਂ ਗੱਲ ਕਰੀਏ ਤਾਂ ਜਿਹੜਾ ਸਭ ਤੋਂ ਪਹਿਲਾ ਫੀਚਰ ਆਉਂਦਾ ਹੈ ਇਹਦਾ ਨੀਡ ਫॉर ਸਪੈਸ਼ਲਾਈਜ਼ਡ ਨੌਲੇਜ। ਹੁਣ ਕਿਸੇ ਵੀ ਮੈਨੇਜਰ ਨੂੰ ਇੱਕ ਮੈਨੇਜਰ ਦੀ ਪੋਸਟ ਵਾਸਤੇ ਇਹ ਕਹਿ ਲਓ ਕਿ ਆਪਣੀਆਂ ਸੇਵਾਵਾਂ ਨਿਭਾਉਣ ਵਾਸਤੇ, ਸਰਵਿਸਿਜ਼ ਨਿਭਾਉਣ ਵਾਸਤੇ ਤੁਹਾਨੂੰ ਇੱਕ ਸਟੱਡੀ ਕਰਨੀ ਪੈਂਦੀ, ਜਿਹੜੀਆਂ ਕਿ ਵੇਰੀਅਸ ਯੂਨੀਵਰਸਿਟੀਜ਼, ਕਾਲਜਿਸ ਵਗੈਰਾ ਜਿਹੜੀਆਂ ਸਟੱਡੀ ਕਰਵਾਉਂਦੀ ਹੈ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਆਪਾਂ MBA ਦਾ ਐਗਜ਼ਾਮਪਲ ਲੈ ਸਕਦੇ ਹਾਂ।
ਕਿਸੇ ਵੀ ਬਿਜ਼ਨਸ ਨੂੰ ਕੰਟਰੋਲ ਕਰਨ ਵਾਸਤੇ ਮੈਨੇਜਰ ਨੂੰ ਬੇਸਿਕਲੀ ਸਪੈਸ਼ਲਾਈਜ਼ਡ ਨੌਲੇਜ ਦੀ ਜ਼ਰੂਰਤ ਤੇ ਪੈਂਦੀ ਹੀ ਪੈਂਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਇਸ ਕਰਕੇ ਜਿਹੜਾ ਪਹਿਲਾ ਫੀਚਰ ਹੈ ਉਹ ਦੋਨੋਂ ਦਾ ਮੈਚ ਕਰਦਾ ਹੈ। ਜਿਵੇਂ ਦੂਸਰੇ ਪ੍ਰੋਫੈਸ਼ਨਸ ਦੇ ਵਿੱਚ ਜਿਹੜਾ ਸਪੈਸ਼ਲਾਈਜ਼ਡ ਨੌਲੇਜ ਦੀ ਜ਼ਰੂਰਤ ਪੈਂਦੀ ਹੈ, ਸੇਮ ਇਸੇ ਤਰੀਕੇ ਦੇ ਨਾਲ ਮੈਨੇਜਮੈਂਟ ਦੇ ਵਿੱਚ ਵੀ ਸਪੈਸ਼ਲਾਈਜ਼ਡ ਨੌਲੇਜ ਦੀ ਜ਼ਰੂਰਤ ਪੈਂਦੀ ਹੈ। ਦੂਸਰੀ ਚੀਜ਼ ਹੈ ਜੀ ਫਾਰਮਲ ਐਜੂਕੇਸ਼ਨ ਐਂਡ ਫਾਰਮਲ ਟ੍ਰੇਨਿੰਗ, ਇਹ ਵੀ ਬਿਲਕੁਲ ਐਗਜ਼ੈਕਟ ਮੈਚ ਕਰਦਾ। ਫਾਰਮਲ ਐਜੂਕੇਸ਼ਨ ਐਂਡ ਟ੍ਰੇਨਿੰਗ ਪ੍ਰੋਫੈਸ਼ਨ 'ਚ ਵੀ ਜ਼ਰੂਰੀ ਹੈ ਅਤੇ ਫਾਰਮਲ ਐਜੂਕੇਸ਼ਨ ਐਂਡ ਟ੍ਰੇਨਿੰਗ ਮੈਨੇਜਮੈਂਟ ਦੇ ਵਿੱਚ ਵੀ ਬਹੁਤ ਜ਼ਰੂਰੀ ਹੈ। ਸੋ ਇਸ ਕਰਕੇ ਇਹ ਵੀ ਪ੍ਰੋਪਰ ਤਰੀਕੇ ਦੇ ਨਾਲ ਮੈਚ ਕਰਦਾ। ਤੀਸਰਾ ਇਹਦੇ ਵਿੱਚ ਆ ਜਾਂਦਾ ਹੈ ਜੀ ਐਗਜ਼ਿਸਟੈਂਸ ਆਫ ਪ੍ਰੋਫੈਸ਼ਨਲ ਐਸੋਸੀਏਸ਼ਨਸ। ਹੁਣ ਵੇਖਿਆ ਜਾਵੇ ਜਿਹੜੇ ਅਗਲੇ ਆਉਣ ਵਾਲੇ ਫੀਚਰਸ ਨੇ ਨਾ ਉਹ ਬਹੁਤ ਘੱਟ ਜਿਹੜੇ ਆ ਪ੍ਰੋਫੈਸ਼ਨ ਦੇ ਨਾਲ ਮੈਚ ਕਰਦੇ ਆ। ਜੇਕਰ ਆਪਾਂ ਪ੍ਰੋਫੈਸ਼ਨ ਦੀ ਗੱਲ ਕਰੀਏ ਨਾ ਤਾਂ ਪ੍ਰੋਫੈਸ਼ਨ ਦੇ ਵਿੱਚ ਕਿਸੇ ਵੀ ਐਜੂਕੇਸ਼ਨ ਨੂੰ ਰੈਗੂਲੇਟ ਕਰਨਾ, ਟ੍ਰੇਨਿੰਗ ਨੂੰ ਰੈਗੂਲੇਟ ਕਰਨਾ, ਰਿਸਰਚ ਨੂੰ ਰੈਗੂਲੇਟ ਕਰਨਾ, ਉਹਨਾਂ ਦਾ ਇੱਕ ਇਹ ਕਹਿ ਲਓ ਐਸੋਸੀਏਸ਼ਨ ਜਿਹੜੀ ਉਹਨਾਂ ਨੂੰ ਉਸ ਚੀਜ਼ ਨੂੰ ਮੈਨੇਜ ਕਰਦੀ, ਜਿਵੇਂ ਆਪਾਂ ਮੈਡੀਕਲ ਕਾਊਂਸਿਲ ਆਫ ਇੰਡੀਆ ਦਾ ਪੜ੍ਹਿਆ ਸੀਗਾ। ਲੇਕਿਨ ਜੇਕਰ ਆਪਾਂ ਮੈਨੇਜਮੈਂਟ ਦੀ ਗੱਲ ਕਰੀਏ ਨਾ, ਮੈਨੇਜਮੈਂਟ ਦੇ ਵਿੱਚ ਆਪਣੇ ਕੋਲ ਸਪੈਸੀਫਿਕ ਐਸੋਸੀਏਸ਼ਨ ਹੈ ਤਾਂ ਸਹੀ ਹੈ, ਲੇਕਿਨ ਉਹ ਇੰਨੀਆਂ ਜ਼ਿਆਦਾ ਪ੍ਰੇਜ਼ ਵਰਦੀ ਐਫਰਟਸ ਨਹੀਂ ਲਾਉਂਦੀਆਂ ਜਿਹਦੇ ਨਾਲ ਤੁਸੀਂ ਕਿਸੇ ਵੀ ਮੈਨੇਜਮੈਂਟ ਨੂੰ ਇੱਕ ਪ੍ਰੋਫੈਸ਼ਨ ਦੇ ਤੌਰ 'ਤੇ ਤੁਸੀਂ ਡਿਵੈਲਪ ਕਰ ਸਕੋ। ਜਿਵੇਂ ਇਹਨਾਂ ਨੇ ਐਗਜ਼ਾਮਪਲ ਦੇ ਤੌਰ 'ਤੇ ਲਿਖਿਆ ਜੀ ਆਲ ਇੰਡੀਆ ਮੈਨੇਜਮੈਂਟ ਡਿਵੈਲਪਮੈਂਟ ਐਸੋਸੀਏਸ਼ਨ ਜਾਂ ਇੰਡੀਅਨ ਮੈਨੇਜਮੈਂਟ ਐਸੋਸੀਏਸ਼ਨ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਸ ਐਸੋਸੀਏਸ਼ਨਸ ਦੇ ਜੇਕਰ ਆਪਾਂ ਰਿਗਾਰਡਿੰਗ ਗੱਲ ਕਰੀਏ ਤਾਂ ਅਸੀਂ ਮੈਨੇਜਮੈਂਟ ਦੇ ਵਿੱਚ ਬਹੁਤ ਲੈਕ ਕਰਦੇ ਹਾਂ, ਪਿੱਛੇ ਹਾਂ। ਸੋ ਇਸ ਕਰਕੇ ਇਹ ਮੈਚ ਨਹੀਂ ਕਰਦਾ, ਐਗਜ਼ੈਕਟ ਮੈਚ ਨਹੀਂ ਕਰਦਾ। ਚੌਥਾ ਜਿਹੜਾ ਫੀਚਰ ਸੀਗਾ ਸਪੈਸੀਫਿਕ ਕੋਡ ਆਫ ਕੰਡਕਟ, ਡੂਜ਼ ਐਂਡ ਡੋਂਟਸ। ਹੁਣ ਮੈਨੇਜਮੈਂਟ ਦੇ ਵਿੱਚ ਕੀ ਹੈ, ਵੇਖੋ ਮੈਨੇਜਮੈਂਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਸਪੈਸੀਫਿਕ ਕੋਡ ਆਫ ਕੰਡਕਟ ਨਹੀਂ ਹੈਗੇ। ਸੋ ਇਸ ਕਰਕੇ ਇਹਨੂੰ ਵੀ ਆਪਾਂ ਕਹਿ ਸਕਦੇ ਹਾਂ ਕਿ ਇਹ ਮੈਚ ਨਹੀਂ ਕਰਦਾ, ਕਿਉਂਕਿ ਵੇਖੋ ਜਿਹੜਾ ਮੈਨੇਜਮੈਂਟ ਦਾ ਜਿਹੜਾ ਮੈਨੇਜਮੈਂਟ ਪ੍ਰੋਫੈਸ਼ਨਲਸ ਦਾ ਜਿਹੜਾ ਇਹ ਕਹਿ ਲਓ ਕਿ ਟਾਰਗੇਟ ਹੈ ਨਾ, ਉਹ ਮੇਨ ਇਹ ਹੈ ਕਿ ਆਰਗੇਨਾਈਜੇਸ਼ਨ ਦੇ ਆਬਜੈਕਟਿਵ ਨੂੰ ਅਚੀਵ ਕਰਨਾ, ਚਾਹੀਏ ਉਹ ਆਬਜੈਕਟਿਵ ਕਿਸੇ ਵੀ ਤਰੀਕੇ ਦੇ ਨਾਲ ਅਚੀਵ ਕੀਤਾ ਜਾਵੇ। ਕਹਿਣ ਦਾ ਮਤਲਬ ਤੁਹਾਡੀ ਹਰ ਇੱਕ ਐਕਟੀਵਿਟੀ ਜਿਹੜੀ ਆ ਆਰਗੇਨਾਈਜੇਸ਼ਨਲ ਆਬਜੈਕਟਿਵ ਦੇ ਇਰਦ ਗਿਰਦ ਹੋਣੀ ਚਾਹੀਦੀ ਆ, ਉਹਦੇ ਰਿਗਾਰਡਿੰਗ ਹੀ ਹੋਣੀ ਚਾਹੀਦੀ ਹੈ। ਸੋ ਇਸ ਕਰਕੇ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਪੈਸੀਫਿਕ ਕੋਡ ਆਫ ਕੰਡਕਟ ਨਹੀਂ ਹੈਗਾ ਜਿਵੇਂ ਕਿ ਦੂਸਰੇ ਪ੍ਰੋਫੈਸ਼ਨਸ ਦੇ ਵਿੱਚ ਹੈਗਾ। ਨੈਕਸਟ ਇਹਦੇ ਵਿੱਚ ਆ ਜਾਂਦਾ ਜੀ ਸਰਵਿਸ ਮੋਟਿਵ। ਸਰਵਿਸ ਮੋਟਿਵ ਦਾ ਮਤਲਬ ਹੈ ਕਿ ਪ੍ਰੋਫੈਸ਼ਨ ਦਾ ਜਿਹੜਾ ਮੇਨ ਮੋਟਿਵ ਹੋਣਾ ਚਾਹੀਦਾ ਉਹ ਸਰਵਿਸ ਦੇਣ ਦਾ ਹੋਣਾ ਚਾਹੀਦਾ। ਜਿਵੇਂ ਇੱਕ ਡਾਕਟਰ ਪ੍ਰੋਫੈਸ਼ਨਲ ਸਰਵਿਸਿਜ਼ ਦਿੰਦਾ, ਸੇਮ ਉਸੇ ਤਰੀਕੇ ਦੇ ਨਾਲ ਇੱਕ ਮੈਨੇਜਮੈਂਟ ਦੇ ਵਿੱਚ ਜਿਹੜਾ ਹੈ ਨਾ ਉਹ ਸਰਵਿਸ ਮੋਟਿਵ ਨਹੀਂ ਹੋ ਸਕਦਾ, ਕਿਉਂਕਿ ਇਹਦੇ ਵਿੱਚ ਜਿਹੜਾ ਮੇਨ ਆਬਜੈਕਟਿਵ ਆਪਣਾ ਹੈ ਜੀ ਉਹ ਮੈਕਸਿਮਮ ਪ੍ਰੋਫਿਟ ਕਮਾਉਣਾ ਹੈ। ਮੈਕਸਿਮਮ ਪ੍ਰੋਫਿਟ ਕਿਵੇਂ ਕਮਾਉਣਾ? ਕਾਸਟ ਨੂੰ ਰਿਡਿਊਸ ਕਰਕੇ, ਰਿਸੋਰਸਿਸ ਨੂੰ ਆਪਟੀਮਮ ਯੂਜ਼ ਕਰਕੇ ਤੁਸੀਂ ਇਹ ਕਹਿ ਲਓ ਕਿ ਆਪਣੇ ਪ੍ਰੋਫਿਟ ਨੂੰ ਵਧਾਉਣਾ। ਸੋ ਇਹਦੇ ਵਿੱਚ ਜਿਹੜਾ ਸਰਵਿਸ ਮੋਟਿਵ ਹੈ ਨਾ ਉਹ ਪ੍ਰਾਇਮਰੀ ਮੋਟਿਵ ਨਹੀਂ ਹੈਗਾ। ਪ੍ਰਾਇਮਰੀ ਦਾ ਮਤਲਬ ਹੈ ਕਿ ਕਿਸੇ ਚੀਜ਼ ਨੂੰ ਪਹਿਲ ਦੇਣੀ, ਸੋ ਉਸ ਚੀਜ਼ ਨੂੰ ਪਹਿਲ ਨਹੀਂ ਦਿੱਤੀ ਜਾਂਦੀ। ਪਹਿਲ ਇਹਦੇ ਵਿੱਚ ਇਸ ਚੀਜ਼ ਨੂੰ ਦਿੱਤੀ ਜਾਂਦੀ ਆ ਕਿ ਤੁਸੀਂ ਆਪਣੇ ਪ੍ਰੋਫਿਟ ਨੂੰ ਕਿਵੇਂ ਇਨਕਰੀਜ਼ ਕਰਨਾ। ਸੋ ਇਸ ਕਰਕੇ ਇਹ ਵੀ ਮੈਚ ਨਹੀਂ ਕਰਦਾ। ਸੋ ਵੇਖਿਆ ਜਾਵੇ ਤਾਂ ਪਹਿਲੇ ਦੋ ਜਿਹੜੇ ਆ ਫੀਚਰਸ ਬਿਲਕੁਲ ਐਗਜ਼ੈਕਟ ਮੈਚ ਕਰਦੇ ਆ ਮੈਨੇਜਮੈਂਟ ਦੇ ਨਾਲ, ਪ੍ਰੋਫੈਸ਼ਨ ਦੇ ਅਤੇ ਮੈਨੇਜਮੈਂਟ ਦੇ। ਅਤੇ ਜਿਹੜੇ ਨੈਕਸਟ 3 ਆ 3, 4 ਅਤੇ 5th ਜਿਹੜਾ ਪੁਆਇੰਟ ਆ, ਇਹ ਤਿੰਨੇ ਪੁਆਇੰਟ ਜਿਹੜੇ ਆ ਉਹ ਐਗਜ਼ੈਕਟ ਮੈਚ ਨਹੀਂ ਕਰਦੇ ਮੈਨੇਜਮੈਂਟ ਦੇ ਨਾਲ, ਪ੍ਰੋਫੈਸ਼ਨ ਦੇ ਨਾਲ। ਸੋ ਇਸ ਕਰਕੇ ਕਹਿ ਸਕਦੇ ਹਾਂ ਕਿ ਮੈਨੇਜਮੈਂਟ ਕਨਕਲੂਜਨ ਇਹ ਆ। ਸੋ ਇਹ ਕਹਿ ਸਕਦੇ ਹਾਂ ਕਿ ਮੈਨੇਜਮੈਂਟ ਜਿਹੜੀ ਆ, ਜਿਵੇਂ ਅਸੀਂ ਪਹਿਲੇ 2 ਫੀਚਰਸ ਮੈਚ ਕੀਤੇ, ਅਗਲੇ 3 ਫੀਚਰਸ ਮੈਚ ਨਹੀਂ ਹੋਏ, ਕੋਈ ਸਰਵਿਸ ਕੋਡ ਆਫ ਕੰਡਕਟ ਨਹੀਂ ਹੈਗਾ, ਕੋਈ ਐਸੋਸੀਏਸ਼ਨ ਨਹੀਂ ਹੈਗੀ, ਜਾਂ ਇਹ ਕਹਿ ਲਈਏ ਕਿ ਜਿਹੜਾ ਸਰਵਿਸ ਮੋਟਿਵ ਜਿਹੜਾ ਉਹ 'ਚ ਨਹੀਂ ਹੈਗਾ। ਸੋ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਮੈਨੇਜਮੈਂਟ ਜਿਹੜੀ ਆ ਉਹ ਹਜੇ ਡਿਵੈਲਪ ਹੋ ਰਹੀ ਆ, ਐਜ਼ ਏ ਪ੍ਰੋਫੈਸ਼ਨਲੀ ਜਿਹੜੀ ਉਹਨੂੰ ਡਿਵੈਲਪ ਕੀਤਾ ਜਾ ਰਿਹਾ, ਬਹੁਤ ਫਾਸਟ ਜਿਹੜੀ ਡਿਵੈਲਪ ਹੋ ਰਹੀ ਹੈ। ਲੇਕਿਨ ਉਹਨੂੰ ਆਪਾਂ ਹਜੇ ਇਹ ਨਹੀਂ ਕਹਿ ਸਕਦੇ ਕਿ ਮੈਨੇਜਮੈਂਟ ਇੱਕ ਪ੍ਰੋਫੈਸ਼ਨ ਆ। ਸੋ ਉਹ ਹਜੇ ਡਿਵੈਲਪਿੰਗ ਸਟੇਜ ਦੇ ਵਿੱਚ ਆ। ਸੋ ਮੈਂ ਆਸ ਕਰਦਾ ਕਿ ਤੁਹਾਨੂੰ ਇਹ ਟੌਪਿਕ ਅੱਛੇ ਤਰੀਕੇ ਦੇ ਨਾਲ ਸਮਝ ਲੱਗੀ ਹੋਏਗੀ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।